ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਕਰਾਂਗੇ ਜਿਹੜਾ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਉਸ ਫੈਸਲੇ ਤੇ ਯੂ ਟਰਨ ਕਿਉਂ ਲੈਣਾ ਪਿਆ। ਪੰਜਾਬ ਸਰਕਾਰ ਨੇ ਆਪਣੇ ਫੈਸਲੇ ਨੂੰ ਬਦਲ ਲਿਆ ਹੈ। ਮਾਨਯੋਗ ਉੱਚ ਅਦਾਲਤ ਦੇ ਵੱਲੋਂ ਪਾਏ ਗਏ ਸਵਾਲ, ਉੱਥੇ ਪਾਈ ਗਈ ਪਟੀਸ਼ਨ ਤੋਂ ਬਾਅਦ ਜੋ ਸਰਕਾਰ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਦੇ ਹੋਏ ਇਹ ਫੈਸਲੇ ਤੇ ਉੱਤੇ ਆਪਣਾ ਕਦਮ ਪਿੱਛੇ ਲੈ ਲਿਆ ਔਰ ਇਸ ਦੇ ਉੱਤੇ ਸਰਕਾਰ ਨੂੰ ਜਿੱਥੇ ਪੰਚਾਇਤਾਂ ਦੀ, ਸਰਪੰਚਾਂ ਦੀ, ਪੰਚਾਂ ਦੀ, ਉੱਥੇ ਵਿਰੋਧੀ ਧਿਰਾਂ ਦੀ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਔਰ ਇਸ ਤੋਂ ਬਾਅਦ ਹੁਣ ਜਿੱਥੇ ਇਹਨਾਂ ਸਰਪੰਚਾਂ ਪੰਚਾਂ ਲਈ ਤਾਂ ਖੁਸ਼ਖਬਰੀ ਦੀ ਖਬਰ ਹੈ ਹੀ ਹੈ, ਰਾਹਤ ਦੀ ਖਬਰ ਹੈ, ਪਰ ਗੱਲ ਇਹ ਹੈ ਕਿ ਇਹ ਫੈਸਲਾ ਕਿਉਂ ਵਾਪਸ ਲੈਣਾ ਪਿਆ, ਇਹਦੇ ਉੱਤੇ ਸਰਕਾਰ ਦੇ ਬੁਲਾਰੇ ਤੋਂ ਵੀ ਪੁੱਛਾਂਗੇ ਤੇ ਵਿਰੋਧੀਆਂ ਤੋਂ ਵੀ ਇਸ ਸੰਬੰਧੀ ਗੱਲਬਾਤ ਕਰਾਂਗੇ। ਪਰ ਇਹਦੀ ਅਸਲ वजह ਕੀ ਰਹੀ ਪਹਿਲਾਂ ਉਹ ਸੁਣ ਲੈਂਦੇ ਹਾਂ। तो बात यह है कि सीएम साहब से इस बात पे बहुत डेलिब्रेशंस हुई हैं और सीएम साहब ने बहुत अपनी ग्रेस दिखाकर, उनका सिर्फ एक मकसद था कि जो डेमोक्रेटिक सेटअप है वो चलना चाहिए, वो रुकना नहीं चाहिए। पंचायत में जो दिक्कतें आती हैं वो चलना चाहिए। दूसरा ये भी वहाँ उनके सामने आया कि जी फ्लड सिचुएशन जो आज की डेट में वहाँ हुई है उसमें हमारे बहुत अफसर जो हैं वहाँ बिज़ी हैं गिरदावरियाँ बनाने में और बाद में जो हमने जो नुकसान हुआ है उसको पूरा करने में। इसलिए अगर हम उसी ऑफिसर्स को हम वहाँ पे एडमिनिस्ट्रेटर्स लगा देंगे तो सब कुछ बिगड़ सकता है। तो इन सब सिचुएशन को देखते हुए सीएम साहब ने कहा कि जी हम 29/1 की जो नोटिफिकेशन है हम उसको विड्रॉ करते हैं। ਉਹ ਦੁਬਾਰੇ ਉਹਨਾਂ ਦੀਆਂ ਸਰਪੰਚੀਆਂ ਬਹਾਲ ਹੋ ਗਈਆਂ ਹੈ। ਜਿਹੜਾ ਵਿਨੋਦ ਕਈ ਜਾਣੀ ਕਿ ਐਡਵੋਕੇਟ ਜਨਰਲ ਨੇ ਅੱਜ ਆਪਦੀ ਨੋਟੀਫਿਕੇਸ਼ਨ ਜਿਹੜੀ ਹੈ ਪੰਚਾਇਤਾਂ ਦੀ ਉਹ ਵਾਪਸ ਲੈ ਲਈ ਹੈ। ਕਹਿਣ ਤੋਂ ਭਾਵ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਪੰਚਾਇਤ ਚੋਣਾਂ ਸਮੇਂ ਸਿਰ ਹੋਣਗੀਆਂ। ਅੱਜ ਮਾਨਯੋਗ ਹਾਈ ਕੋਰਟ ਦੇ ਅੰਦਰ ਪੰਜਾਬ ਸਰਕਾਰ ਨੂੰ ਫਿਰ ਆਪਣਾ ਪੈਰ ਪਿੱਛੇ ਹਟਾਉਣਾ ਪਿਆ। ਜਿਹੜਾ ਡੈਮੋਕ੍ਰੈਟਿਕਲੀ ਇਲੈਕਟਡ ਪੰਚਾਇਤਾਂ ਨੂੰ ਇਹਨਾਂ ਨੇ 4 ਮਹੀਨੇ ਪਹਿਲਾਂ ਹੀ ਭੰਗ ਕਰਤਾ ਸੀ। ਉਸ PIL ਤੇ ਇਹਨਾਂ ਨੇ ਦੇਖਿਆ ਕਿ ਸਰਕਾਰ ਨੂੰ ਬੜੀ ਸ਼ਿਕਸਤ ਹੋਣੀ ਹੈ ਤੇ ਫੈਸਲਾ ਗਲਤ ਸੀ ਤੇ ਉਹ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ। और बिना किसी देरी तो आए हुए मेहमानों का रुख करांगे, रस्मी तारुफ करवाउंदा होया उन्हां दा इस्तकबाल करांगे। चर्चा लाइव है, तुसीं अपना सुझाव, अपना सवाल इस चर्चा दे विच रख सकते हो और उन्हां तो असीं डायरैक्ट तुहाडा सवाल जां कोई सुझाव होऊगा वो भी जिहड़ा इस चर्चा दे विच रखांगे। साडे नाल शशिवीर आम आदमी पार्टी तो इस चर्चा जुड़िया, तुहाडा जीओ आया नूं। कांग्रेस तो सुखदेव सिंह जी ने, तुहाडा इस चर्चा स्वागत है। शशिवीर जी, सब तो पहले तुहानूं पुछना चाहुंदा, सरकार नूं फैसले लैण दी भी काहली रहिंदी है ते फिर पैर पिछे पुट्टण तो भी देरी नहीं करते? सर ਜਿਹੜੀ ਸਰਕਾਰ ਜਦੋਂ ਕੰਮ ਕਰਦੀ ਨੀਅਤ ਨਾਲ ਆਉਂਦੀ ਹੈ, ਸਰਕਾਰ ਬਹੁਤ ਜ਼ਿਆਦਾ ਫੈਸਲੇ ਸਰਕਾਰ ਲੈਂਦੀ ਹੈ। ਸਰਕਾਰ ਇਹ ਜੋ ਸਰਕਾਰ ਬਣੀ ਹੈ, ਅਸੀਂ ਹਰ ਫੀਲਡ ਵਿੱਚ ਹਰ ਸੈਕਟਰ 'ਚ ਕੰਮ ਕਰਦੇ ਪਏ ਹਾਂ। ਤੇ ਹੁਣ ਜਿਹੜਾ ਅੱਜ ਪੰਚਾਇਤੀ ਇਲੈਕਸ਼ਨਾਂ ਦੀ ਗੱਲ ਸੀਗੀ, ਤੁਸੀਂ ਦੇਖੋ ਜਦੋਂ ਪੰਚਾਇਤੀ ਇਲੈਕਸ਼ਨਾਂ ਤੇ ਨਗਰ ਕੌਂਸਲਾਂ ਸਰਕਾਰ ਚਾਹੁੰਦੀ ਹੈ ਕਿ ਟਾਈਮ ਸਮੇਂ ਸਿਰ ਹੋਵੇ। ਇਹਦੇ ਵਿੱਚ ਲੰਬੀ ਪ੍ਰਕਿਰਿਆ ਹੁੰਦੀ ਹੈ, ਚਾਹੇ ਉਹ 50% ਜਿਹੜੀ ਲੇਡੀਜ਼ ਦੀ ਰਿਜ਼ਰਵੇਸ਼ਨ ਹੈ ਉਹਦਾ ਸਰਵੇ ਕਰਵਾਉਣ ਦੀ ਗੱਲ ਹੋਵੇ, ਚਾਹੇ ਵਾਰਡ ਬੰਦੇ ਦੀ ਗੱਲ ਹੋਵੇ, ਚਾਹੇ ਵੋਟਾਂ ਦੇ ਵਿੱਚ ਸ਼ੋਧ ਕਰਨ ਦੀ ਗੱਲ ਹੋਵੇ। ਸਾਡਾ ਸਿਰਫ ਮੇਨ ਮਕਸਦ ਇਹ ਸੀਗਾ ਕਿ ਜਿਹੜਾ ਪੰਚਾਇਤੀ ਵਿਭਾਗ ਹੈ ਉਹਨੂੰ ਸਮਾਂ ਮਿਲ ਸਕੇ ਤਾਂ ਕਿ ਜਿਹੜੀ ਇਲੈਕਸ਼ਨ ਆ ਉਹ ਸਮੇਂ ਸਿਰ ਆਪਦੀ ਕੰਪਲੀਟ ਹੋ ਸਕਣ। ਨਹੀਂ, ਇਹ ਕੰਮ ਤਾਂ ਪੈਰਲਲ ਵਿੱਚ ਚੱਲ ਸਕਦੇ ਸੀ ਸਰ। ਮੈਂ ਉਹੀ ਦੱਸ ਰਿਹਾ, ਪਰ ਪੰਜਾਬ ਦੇ ਵਿੱਚ ਸਿਚੁਏਸ਼ਨ ਸੇਮ ਨਹੀਂ ਰਹੀ। ਹੜ੍ਹ ਆ ਗਏ, ਹੜ੍ਹ ਦੇ ਕਾਰਨ ਜਿਹੜਾ ਸੰਕਟ ਪੈਦਾ ਹੋਇਆ, ਜ਼ਿਆਦਾਤਰ ਅਫਸਰ ਉਧਰ ਬਿਜ਼ੀ ਹੋ ਗਏ, ਉਧਰ ਰੁਝੇਵਾਂ ਉਹਨਾਂ ਦਾ ਹੋ ਗਿਆ, ਉਹਨਾਂ ਕਾਰਨਾਂ ਕਰਕੇ। ਪਰ ਪੰਜਾਬ ਸਰਕਾਰ ਅੱਜ ਵੀ ਵਚਨਬੱਧ ਹੈ, ਜਿਹੜੀ ਇਲੈਕਸ਼ਨਸ ਹੈ ਚਾਹੇ ਪੰਚਾਇਤੀ ਹੈ ਚਾਹੇ ਨਗਰ ਕੌਂਸਲ ਦੀ ਹੈ ਉਹ ਸਮੇਂ ਸਿਰ ਹੋਊਗੀ। ਪਰ ਸ਼ਸ਼ੀਵੀਰ ਜੀ ਇੱਕ ਸਵਾਲ ਦਾ ਜਵਾਬ ਜਿਹੜਾ ਲੋਕ ਚਾਹੁੰਦੇ ਆ, ਫੈਸਲਾ ਉਦੋਂ ਸਹੀ ਸੀ ਜਾਂ ਹੁਣ ਸਹੀ ਹੈ? ਉਦੋਂ ਗਲਤ ਸੀ ਜਾਂ ਹੁਣ ਗਲਤ ਹੈ? ਸਰ ਨਾ ਫੈਸਲਾ ਉਦੋਂ ਗਲਤ ਸੀ ਨਾ ਹੁਣ ਗਲਤ ਹੈ। ਫੈਸਲਾ ਅਸੀਂ ਪਹਿਲੇ ਕਹਿ ਰਹੇ ਹਾਂ, ਕੋਈ ਟੈਕਨੀਕਲ ਜਿਹੜੀ ਖਾਮੀਆਂ ਰਹਿ ਗਈਆਂ ਨੇ ਉਸ ਦੇ ਵਿੱਚ ਅਸੀਂ ਟੈਕਨੀਕਲ ਖਾਮੀਆਂ ਨੂੰ ਦੂਰ ਕਰਕੇ, ਸਾਡਾ ਮਕਸਦ ਸਿਰਫ ਤੇ ਸਿਰਫ ਜਿਹੜੀ ਇਲੈਕਸ਼ਨ ਹੈ ਉਹ ਬਿਨਾਂ ਪੱਖਪਾਤ ਤੋਂ ਕਲੀਅਰ ਇਲੈਕਸ਼ਨਸ ਹੋਣ ਤੇ ਇਲੈਕਸ਼ਨ ਸਮੇਂ ਸਿਰ ਹੋ ਸਕੇ। ਉਹਦੀ ਜਿਹੜੀ ਲੰਬੀ ਪ੍ਰਕਿਰਿਆ ਸੀਗੀ ਉਹਨੂੰ ਸਮਾਂ ਮਿਲ ਸਕੇ, ਪੰਚਾਇਤੀ ਜਿਹੜੇ ਅਫਸਰ ਸੀਗੇ ਉਹ ਆਪਦਾ ਜਿਹੜਾ ਸਮਾਂ ਹੈ ਕੰਮ ਸੀਗਾ ਪੂਰਾ ਕਰ ਸਕਣ। ਸਾਡਾ ਹੋਰ ਕੋਈ ਮਕਸਦ ਨਹੀਂ ਸੀਗਾ। ਅੱਜ ਤੁਹਾਡੇ ਵਿਰੋਧੀ ਕੱਛਾਂ ਵਜਾ ਰਹੇ ਹੈ ਕਿ ਸਰਕਾਰ ਨੂੰ ਝੁਕਣਾ ਪੈ ਗਿਆ, ਆਪਣੇ ਫੈਸਲੇ ਤੋਂ ਕਦਮ ਪਿੱਛੇ ਲੈਣਾ ਪੈ ਗਿਆ, ਯੂ ਟਰਨ ਕਰ ਲਿਆ। ਸਰਕਾਰ ਨੇ ਪਹਿਲਾਂ ਵੀ ਕਈ ਫੈਸਲਿਆਂ ਤੇ ਕਰੇ ਹੈ, ਉਹ ਕਹਿ ਰਹੇ ਹੈ ਕਿ ਤੁਸੀਂ ਆਈ ਵਾਰੀ ਕਾਹਲੀ ਕਰਦੇ ਹੋ। ਸਰ
ਪਹਿਲੀ ਗੱਲ ਤਾਂ ਜਿਹੜੇ ਵਿਰੋਧੀ ਬਾਰ-ਬਾਰ ਇਸ ਗੱਲ ਨੂੰ ਖੁਸ਼ੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮੈਂ ਦੱਸਣਾ ਚਾਹੁੰਦਾ ਉਹੀ ਮਾਣਯੋਗ ਹਾਈ ਕੋਰਟ ਹੈ ਜਿਹਦੇ ਵਿੱਚ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਨੰਬਰ ਆਫ ਕੇਸਿਸ ਹਾਰੇ ਨੇ। ਆਮ ਆਦਮੀ ਪਾਰਟੀ ਸਰਕਾਰ ਨੇ, ਪੰਜਾਬ ਦੀ ਸਰਕਾਰ ਕੰਮ ਕਰਦੀ ਪਈ ਹੈ, ਇਹਨਾਂ ਨੇ ਤਾਂ ਕੰਮ ਹੀ ਕੋਈ ਨਹੀਂ ਕੀਤੇ। ਅਸੀਂ ਤਾਂ ਕੋਈ ਸੈਕਟਰ ਚੱਕ ਲਓ, ਅਸੀਂ ਹਰੇਕ 'ਚ ਕੰਮ ਕਰਦੇ ਪਏ ਹਾਂ। ਜਦੋਂ ਕੋਈ ਸਰਕਾਰ ਕੰਮ ਕਰਦੀ ਹੈ, ਉਹ 'ਚ ਕੋਈ ਤਕਨੀਕੀ ਖਾਮੀਆਂ ਵੀ ਰਹਿ ਜਾਂਦੀਆਂ ਨੇ। ਚਲੋ ਠੀਕ ਹੈ, ਮੈਂ ਜਿਹੜੇ ਵਿਰੋਧੀ ਧਿਰ ਤੋਂ ਤੁਹਾਡੇ ਕਾਂਗਰਸ ਤੋਂ ਆਏ ਹੋਏ ਸਪੋਕਸਪਰਸਨ ਨੇ, ਸੁਖਦੇਵ ਜੀ, ਜੇ ਸਰਕਾਰ ਕੰਮ ਕਰਦੀ ਹੈ ਤੇ ਫਿਰ ਵਾਧੇ ਘਾਟੇ 19-21 ਹੁੰਦੀ ਰਹਿੰਦੀ ਹੈ। ਨਹੀਂ ਦੇਖੋ, ਇਸ ਗੱਲ ਨਾਲ ਮੈਂ ਮੁਨਕਰ ਨਹੀਂ ਹੁੰਦਾ ਵੀ ਜਦੋਂ ਕੋਈ ਸਰਕਾਰ ਕੰਮ ਕਰਦੀ ਹੈ ਤਾਂ ਉਹਦੇ 'ਚ ਵਾਧੇ ਘਾਟੇ ਰਹਿੰਦੇ ਆ। ਉਹ ਇਹ ਕੋਈ ਅਤਕਥਨੀ ਨਹੀਂ ਰਹਿੰਦੇ ਨੇ, ਪਰ ਜਦੋਂ ਸਰਕਾਰ ਫੈਸਲੇ ਇਸ ਕਿਸਮ ਦੇ ਲਵੇ, ਮੈਂ ਤੁਹਾਨੂੰ ਉਦਾਹਰਨਾਂ ਦਿੰਨਾ। ਇਹਨਾਂ ਨੇ ਜਦੋਂ ਸਰਕਾਰ ਬਣੀ, ਸਭ ਤੋਂ ਪਹਿਲਾਂ ਏਜੀ ਆਫਿਸ ਕਨਸਟੀਟਿਊਟ ਹੁੰਦਾ, ਏਜੀ ਆਫਿਸ ਕਨਸਟੀਟਿਊਟ ਕੀਤਾ, ਉਹ ਹਾਈ ਕੋਰਟ ਚਲ ਗਿਆ। ਹਾਈ ਕੋਰਟ 'ਚ ਇਹਨਾਂ ਦੇ ਏਜੀ ਸਾਹਿਬ ਬਿਆਨ ਦੇ ਆਏ ਵੀ ਜਿਹੜੇ ਜੀ ਐਸਸੀ ਕੈਟਾਗਰੀ ਤੇ ਅਸੀਂ ਏਜੀ ਤਾਂ ਨਹੀਂ ਰੱਖੇ ਵੀ ਉਹ ਕੰਪੀਟੈਂਟ ਨਹੀਂ ਹੁੰਦੇ ਜੀ। ਉਹਦੇ ਵਿੱਚ ਏਜੀ ਸਾਹਿਬ ਨੂੰ ਜਾਣਾ ਪੈ ਗਿਆ, ਉਹ ਫੈਸਲਾ ਵੀ ਵਾਪਸ ਲੈਣਾ ਪੈ ਗਿਆ, ਯੂ ਟਰਨ ਹੋ ਗਈ। ਫਿਰ ਇਹਨਾਂ ਨੇ ਵੂਮਨ ਜਿਹੜੀ ਕਮਿਸ਼ਨ ਆ ਉਹਦੀ ਚੇਅਰਪਰਸਨ ਉਤਾਰਤੀ। ਫਿਰ ਹਾਈ ਕੋਰਟ ਜਾ ਕੇ ਕਹਿੰਦਾ ਨਹੀਂ ਜੀ ਅਸੀਂ ਉਤਾਰਦੇ ਨਹੀਂ, ਅਸੀਂ ਤਾਂ ਇਹਨੂੰ ਦੁਬਾਰਾ ਰੱਖ ਦਿੰਨੇ ਆ ਜੀ। ਫਿਰ ਇਸ ਕਿਸਮ ਦੇ ਹੋਰ ਵੀ ਫੈਸਲੇ ਹੋਏ। ਹੁਣ ਪੰਚਾਇਤਾਂ ਦੀ ਗੱਲ ਹੈ, ਪੰਚਾਇਤਾਂ ਦੀ ਗੱਲ ਕੋਈ ਟੈਕਨੀਕਲ ਜਾਂ ਕੋਈ ਹੋਰ ਮਸਲਾ ਨਹੀਂ ਹੈ। ਪੰਚਾਇਤਾਂ ਦਾ ਜਿਹੜਾ ਮਸਲਾ ਸੀ ਉਹ ਇੱਕ ਡੈਮੋਕ੍ਰੈਟਿਕਲੀ ਇਲੈਕਟਡ ਪੰਚਾਇਤਾਂ ਸੀਗੀਆਂ। ਸਾਡੀ ਜਿਹੜੀ ਪੰਚਾਇਤ ਹੈ ਉਹ ਜਿਹੜੀ ਸਾਡੀ ਡੈਮੋਕ੍ਰੇਸੀ ਆ ਉਹਦੀ ਮੁੱਢਲੀ ਇਕਾਈ ਹੈ, ਔਰ ਤੁਸੀਂ ਮੁੱਢਲੀ ਇਕਾਈ ਦਾ ਗਲਾ ਘੁੱਟਦਾ, ਔਰ ਇਸ ਗੱਲ ਦਾ ਹੀ ਰੱਟਾ ਸੀਗਾ, ਇਸ ਗੱਲ ਦਾ ਰੌਲਾ ਸੀ। ਇੱਕ ਗੱਲ ਇੱਥੇ ਮੈਂ ਇਹ ਵੀ ਪੁੱਛਣੀ ਚਾਹੂੰਗਾ ਕਿ ਇਹ ਗਲਾ ਪਹਿਲੀ ਵਾਰੀ ਘੁੱਟਿਆ ਗਿਆ ਸੀ ਜਾਂ ਇਸ ਤੋਂ ਪਹਿਲਾਂ ਵੀ ਸਰਕਾਰਾਂ ਹੀ ਕਰਦੀਆਂ ਰਹੀਆਂ, ਪਹਿਲਾਂ ਵੀ 6-6 ਮਹੀਨੇ ਪਹਿਲਾਂ? ਮੈਂ ਕਹਿੰਦਾ ਮੈਂ ਕੋਈ ਇੱਥੇ ਟੈਕਨੀਕਲ ਰੀਜ਼ਨ ਨਹੀਂ ਦੇਣੇ, ਮੈਂ ਤਾਂ ਇਮਾਨਦਾਰੀ ਨਾਲ ਗੱਲ ਕਰਨੀ ਹੈ। ਦੇਖੋ, ਚਾਹੇ ਉਹ ਸਾਡੇ ਹੀ ਖਿਲਾਫ ਹੋਵੇ, ਅਸੀਂ ਵੀ ਘੁੱਟਿਆ 2002 ਚ, ਅਸੀਂ ਨੂੰ ਵਾਪਸ ਲੈਣਾ ਪਿਆ ਹਾਈ ਕੋਰਟ ਚੋਂ। ਇਹਨਾਂ ਨੂੰ ਸਿੱਖਣਾ ਚਾਹੀਦਾ ਸੀ, ਜੇ ਅਸੀਂ ਇੱਕ ਗਲਤੀ ਕੀਤੀ ਸੀ ਸਾਨੂੰ ਵਾਪਸ ਲੈਣਾ ਪੈ ਗਿਆ ਸੀ ਤਾਂ ਇਹਨਾਂ ਨੂੰ ਸਿੱਖਣਾ ਚਾਹੀਦਾ ਸੀ ਉਹਦੇ ਤੋਂ। ਉਹ ਵੀ ਸਰਕਾਰ ਦੇ ਰਿਕਾਰਡ ਤੇ ਆ, ਮੈਂ ਕਿਦੋਂ ਮੁਨਕਰ ਆ, ਅਸੀਂ ਵੀ ਕੀਤਾ ਸੀ, ਹੋਰ ਸਰਕਾਰਾਂ ਨੇ ਵੀ ਕੀਤਾ, ਪਰ ਹਰ ਇੱਕ ਨੂੰ ਉਹ ਕਰਨਾ ਪਿਆ, ਇਹਨਾਂ ਨੂੰ ਸਿੱਖਣਾ ਚਾਹੀਦਾ ਸੀ ਉਹਦੇ ਤੋਂ। ਹੁਣ ਅਗਲੀ ਗੱਲ, ਅਸਲ ਕਾਰਨ ਕੀ ਹੈਗਾ ਵੀ ਇਹ ਅੱਜ ਟੈਕਨੀਕਲ ਰੀਜ਼ਨ ਕਹਿੰਦੇ ਆ, ਜਦੋਂ ਭੰਗ ਕੀਤੀ ਗਈ ਉਦੋਂ ਫਲੱਡਸ ਆਏ ਹੋਏ ਸੀ, ਔਰ ਉਹ ਫਲੱਡਸ ਦੇ ਆਇਆ ਹੋਇਆਂ ਦੇ ਦੌਰਾਨ ਇਹਨਾਂ ਨੇ ਭੰਗ ਕੀਤੀਆਂ, ਔਰ ਜਦੋਂ ਇਹਨਾਂ ਦੀ ਟੈਨਿਊਰ ਖਤਮ ਹੋਣੀ ਆ ਉਦੋਂ ਫਲੱਡਸ ਦਾ ਨਾਮ ਨਿਸ਼ਾਨ ਵੀ ਨਹੀਂ ਰਹਿਣਾ, ਕਿਉਂਕਿ ਜਿਹੜੀ ਇਹਨਾਂ ਦੀ ਟਰਮ ਹੈਗੀ ਹੈ ਉਹ 11 ਜਨਵਰੀ ਤੋਂ ਬਾਅਦ ਖਤਮ ਹੋਣੀ ਹੈ। ਇਹਨਾਂ ਨੂੰ ਸਹੁੰ ਚੁਕਾਈ ਗਈ ਸੀ 11 ਜਨਵਰੀ ਨੂੰ ਜੀ। ਔਰ ਜਿਹੜਾ ਕਨਸਟੀਟਿਊਸ਼ਨ ਕਹਿੰਦਾ ਹੈ, ਐਕਟ ਕਹਿੰਦਾ ਹੈ ਵੀ ਜਦੋਂ ਕਿਸੇ ਸਰਪੰਚ ਨੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ ਉਦੋਂ 5 ਸਾਲ ਬਾਅਦ ਉਹਦੀ ਟੈਨਿਊਰ ਖਤਮ ਹੁੰਦੀ ਹੈ। ਜੇ 11 ਨੂੰ ਉਹਨਾਂ ਨੇ ਸਹੁੰ ਚੱਕੀ ਸੀ, ਕਿਸੇ ਨੇ 15 ਨੂੰ ਮੀਟਿੰਗ ਰੱਖੀ, ਇਹ ਮੇਰਾ ਕਹਿਣ ਦਾ ਮਤਲਬ ਹੈ ਇਹ ਮਿਡ ਜਨਵਰੀ ਤੋਂ ਬਾਅਦ ਇਹਨਾਂ ਦੀ ਟਰਮ ਖਤਮ ਹੋਣੀ। ਜੋ ਨਾ ਉਦੋਂ ਕੋਈ ਫਲੱਡ ਦਾ ਰੱਟਾ ਸੀ, ਨਾ ਕੋਈ ਫਲੱਡ ਦਾ ਰੌਲਾ ਸੀ, ਨਾ ਉਦੋਂ ਬਰਸਾਤਾਂ ਹੁੰਦੀਆਂ ਨੇ। ਔਰ ਅਗਲੀ ਗੱਲ ਜਿਹੜੀ ਇਹ ਕਹਿੰਦੇ ਬਾੜਬੰਦੀ ਦੀ, ਬਾੜਬੰਦੀ ਤਾਂ ਸਾਈਮਲਟੇਨੀਅਸਲੀ ਹੁੰਦੀ ਹੈ, ਉਹ ਪੰਚਾਇਤਾਂ ਦੇ ਨਾਲ ਚੱਲਦੀ ਰਹਿੰਦੀ ਹੈ। ਔਰ ਜੇ ਬਾੜਬੰਦੀ ਵਾਸਤੇ ਤਾਂ ਬੜਾ ਜਿਹੜਾ ਸਮਾਂ ਹੈਗਾ, ਔਰ ਇਹਨਾਂ ਨੂੰ ਉਹ ਕੋਈ ਫਲੱਡਸ ਦਾ ਬਹਾਨਾ ਬਣਾ ਕੇ ਇਹ ਆਪਦੀਆਂ ਕਮਜ਼ੋਰੀਆਂ ਨੂੰ ਆਪਦੀ ਮਨਸ਼ਾ ਤੋਂ ਮੁਨਕਰ ਨਹੀਂ ਹੋ ਸਕਦੇ। ਅੱਜ ਜਿਹੜੇ ਬੁਲਾਰੇ ਸਾਹਿਬ ਟੈਕਨੀਕਲ ਰੀਜ਼ਨ ਕਹਿੰਦੇ ਆ ਨਾ, ਇੱਥੇ ਹੀ ਬੈਠ ਕੇ ਇਹਨਾਂ ਦੇ ਬੁਲਾਰੇ ਕਹਿੰਦੇ ਸੀ ਸਾਡੇ ਕੋਲੇ ਅਧਿਕਾਰ ਹੈ, ਸਾਡੇ ਕੋਲੇ ਹੱਕ ਹੈ ਭੰਗ ਕਰਨ ਦਾ, ਸਾਨੂੰ ਕਨਸਟੀਟਿਊਸ਼ਨ ਅਲਾਉ ਕਰਦਾ ਹੈ। ਮੈਂ ਕਿਹਾ ਕਨਸਟੀਟਿਊਸ਼ਨ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਅਲਾਉ ਕਰਦਾ ਹੈ, ਪਰ ਅਸੀਂ ਇਹ ਦੇਖਣਾ ਹੁੰਦਾ ਹੈ ਵੀ ਉਸ ਕਨਸਟੀਟਿਊਸ਼ਨ ਨੂੰ ਅਸੀਂ ਯੂਜ਼ ਕਿਵੇਂ ਕਰਨਾ ਹੈ। ਕਨਸਟੀਟਿਊਸ਼ਨ ਦਾ 356 ਵੀ ਅਲਾਉ ਕਰਦਾ, ਪਰ ਅਸੀਂ ਇਹ ਥੋੜੀ ਚਾਹੁੰਦੇ ਆ ਵੀ ਇੱਥੇ ਅਸੀਂ ਵਿਰੋਧ ਕਰਦੇ ਆ। ਜੇ ਗਵਰਨਰ ਤੇ 356 ਲਾਉਂਦਾ ਅਸੀਂ ਉਹਦਾ ਵਿਰੋਧ ਕਰਾਂਗੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ। ਇਸ ਕਰਕੇ ਇਹ ਜਿਹੜੀ ਅੱਜ ਨਵਜੋਤ ਜੀ ਗੱਲ ਹੈਗੀ ਹੈ, ਇਹ ਗੱਲ ਟੈਕਨੀਕਲ ਨਹੀਂ, ਇਹ ਗੱਲ ਹੋਰ ਨਹੀਂ, ਇਹਨਾਂ ਦੀ ਮਨਸ਼ਾ ਦੀ ਹੈ। ਇਹ ਚਾਹੁੰਦੇ ਸੀ ਵੀ ਇੱਥੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਕੋਲੇ, ਕਿਉਂਕਿ ਇਹਨਾਂ ਨੇ ਜਿਹੜੇ ਡਿਸਕ੍ਰਿਸ਼ਨਰੀ ਫੰਡ ਸੀਗੇ ਉਹ ਇਹਨਾਂ ਨੇ ਵਾਪਸ ਲੈ ਲਏ ਸੀ। ਜਦੋਂ 1.5 ਸਾਲ 'ਚ 1 ਰੁਪਈਆ ਫੰਡ ਨਹੀਂ ਦਿੱਤਾ, ਪਰ ਹਾਂ ਪੰਚਾਇਤਾਂ ਕੋਲੇ ਪੈਸੇ ਪਏ ਸੀ 1000 ਕਰੋੜ ਦੇ ਲਗਭਗ। ਉਹ ਪਏ ਸੀ 14ਵੇਂ ਵਿੱਤ ਕਮਿਸ਼ਨ ਦੇ, 15ਵੇਂ ਵਿੱਤ ਕਮਿਸ਼ਨ ਦੇ। ਉਹ ਪੈਸੇ ਇਹ ਖੁਦ ਯੂਜ਼ ਨਹੀਂ ਕਰ ਸਕਦੇ, ਉਹ ਪੰਚਾਇਤਾਂ ਦੇ ਥਰੂ ਹੀ ਹੋਣਗੇ। ਇਹ ਪੰਚਾਇਤਾਂ ਦੇ ਉੱਥੇ ਐਡਮਿਨਿਸਟ੍ਰੇਟਰ ਲਾ ਕੇ ਆਪਣੇ ਮੁਤਾਬਕ ਉਹ ਪੈਸੇ ਖਰਚਣੇ ਚਾਹੁੰਦੇ ਸੀ, ਔਰ ਆਪਣੇ ਮੁਤਾਬਕ ਆਪਣੇ ਤਰੀਕੇ ਨਾਲ ਉਹ ਪੈਸੇ ਖਰਚਣੇ ਚਾਹੁੰਦੇ ਸੀ। ਔਰ ਉੱਥੇ ਜਦੋਂ ਤੁਸੀਂ ਇਸ ਕਿਸਮ ਦੀ ਤੁਹਾਡੀ ਮਨਸ਼ਾ ਹੋਊਗੀ, ਤੁਹਾਡੇ ਤੇ ਐਲੀਗੇਸ਼ਨ ਲੱਗਣਗੇ ਕਿ ਤੁਸੀਂ ਇਲੈਕਟਡ ਦੀ ਥਾਂ ਤੇ ਅਫਸਰਾਂ ਦੇ ਥਰੂ ਪੈਸੇ ਖਰਚਣੇ ਚਾਹੁੰਦੇ ਸੀ, ਕੀ ਕਰਪਸ਼ਨ ਕਰਨੀ ਚਾਹੁੰਦੇ ਸੀ। ਇਸ ਕਰਕੇ ਇਹ ਇਸ ਕਿਸਮ ਦੇ ਸਵਾਲ ਉੱਠਣੇ ਮਨਾਸਬ ਨੇ।
ਠੀਕ ਹੈ ਮੈਂ ਇੱਥੇ ਸ਼ਸ਼ੀਵੀਰ ਜੀ ਨੂੰ ਪੁੱਛੂੰਗਾ। ਸ਼ਸ਼ੀਵੀਰ ਜੀ ਵਾਕਈ ਗੱਲ ਸਹੀ ਹੈ। ਇੱਕ ਤਾਂ ਇਹ ਗੱਲ ਕਿ ਪਹਿਲਾਂ ਤੁਸੀਂ ਇਹਨਾਂ ਤੋਂ ਸਿੱਖਿਆ ਨਹੀਂ ਲਈ, ਉਹ ਮੰਨਦੇ ਆ ਕਿ ਅਸੀਂ ਵੀ ਇਹ ਗਲਤੀ ਕੀਤੀ, ਫਿਰ ਤੁਸੀਂ ਜਿਹੜਾ ਬਦਲਾਅ ਲਿਆਉਣਾ ਸੀ ਫਿਰ ਉਸ ਬਦਲਾਅ ਦੇ ਵਿੱਚ ਸਿੱਖਿਆ ਕੀ? ਦੂਜੀ ਗੱਲ ਕਿ ਚਲਾਕੀ ਦੇ ਨਾਲ ਜਿਹੜੇ ਫੰਡ ਖਰਚਣੇ ਸੀ ਉਹ ਆਪਣੀ ਸਰਕਾਰ ਦੇ ਨਾਮ ਸਿਰਾ ਖੱਟਣਾ ਚਾਹੁੰਦੇ ਸੀ ਤਾਂ ਜੋ ਕਿ ਇਲੈਕਸ਼ਨਾਂ ਦੇ ਵਿੱਚ ਉਹਦਾ ਲਾਹਾ ਲੈ ਸਕੀਏ। ਸਰ ਪਹਿਲੀ ਗੱਲ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਫੰਡਸ ਸਮੇਂ ਤੋਂ ਪਹਿਲਾਂ ਵਰਤਣੇ ਜਾਂ ਪੰਚਾਇਤਾਂ ਦੇ ਫੰਡ ਯੂਜ਼ ਕਰਨ ਦੀ ਗੱਲ ਹੈ। ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਆਈ ਹੈ ਅਸੀਂ ਲਗਾਤਾਰ ਨਿਰੰਤਰ ਫੰਡ ਯੂਜ਼ ਕਰਦੇ ਪਏ ਹਾਂ ਵੱਖ-ਵੱਖ ਸੈਕਟਰ ਦੇ ਵਿੱਚ। ਹਰ ਜਗ੍ਹਾ ਦੇ ਉੱਤੇ ਅਸੀਂ, ਚਾਹੇ ਸਕੂਲ ਹੈ, ਚਾਹੇ ਐਜੂਕੇਸ਼ਨ ਹੈ, ਚਾਹੇ ਮੁਹੱਲਾ ਕਲੀਨਿਕ ਹੈ, ਉਹ ਪਿੰਡਾਂ ਦੇ ਵਿੱਚ। ਸ਼ਸ਼ੀਵੀਰ ਜੀ ਉਹਨਾਂ ਤੇ ਚਲੋ ਗੱਲ ਛੱਡੋ, ਆਪਾਂ ਸਿਰਫ ਅੱਜ ਦੀ ਗੱਲ ਕਰਦੇ ਹਾਂ, ਸਿਰਫ ਪੰਚਾਇਤੀ ਫੈਸਲੇ ਦੀ ਗੱਲ ਕਰਾਂਗੇ ਜੀ। ਮੈਂ ਅੱਜ ਦੇ ਮੁੱਦੇ ਦੀ ਗੱਲ ਕਰ ਰਿਹਾ। ਅੱਜ ਦੇ ਮੁੱਦੇ ਦੇ ਜਿਹੜੇ ਮੇਰੇ ਤੇ ਐਲੀਗੇਸ਼ਨ ਸਾਡੀ ਸਰਕਾਰ ਤੇ ਲਗਾਉਣ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਪੋਲੀਟੀਕਲ ਪਾਰਟੀ ਕਰਪਸ਼ਨ ਦਾ ਐਲੀਗੇਸ਼ਨ ਲਗਾ ਰਹੇ ਨੇ, ਦੂਸਰੇ ਐਲੀਗੇਸ਼ਨ ਲਗਾ ਰਹੇ ਨੇ। ਉਹ ਪੋਲੀਟੀਕਲ ਪਾਰਟੀਆਂ ਨੇ, ਜਦੋਂ ਕੋਈ ਵੀ ਫਾਈਲ ਚੱਕ ਲਓ ਇਹਨਾਂ ਦੀ ਆ, ਉਹ 'ਚ ਵੱਡੇ ਵੱਡੇ ਸਕੈਮ ਹੋਏ ਸੀਗੇ। ਮੈਂ ਰਿਪੀਟ ਕੋਈ ਨਹੀਂ ਕਰਾਂਗਾ ਗੱਲ, ਪਰ ਗੱਲ ਹੈ ਵੀ ਐਲੀਗੇਸ਼ਨ ਜਿਹੜੇ ਲਾਉਂਦੇ ਨੇ, ਮੈਂ ਬਾਰ-ਬਾਰ ਰਿਕੁਐਸਟ ਕਰ ਰਿਹਾ ਕਿ ਸਾਡਾ ਸਿਰਫ ਮੇਨ ਮਕਸਦ ਸੀਗਾ ਨਹੀਂ ਤੁਸੀਂ ਉਹਨਾਂ ਤੋਂ ਸਬਕ ਲੈਣਾ ਜਾਂ ਉਸੇ ਰਾਹ ਤੇ ਤੁਰਨਾ। ਸਰ ਅਸੀਂ ਇਹਨਾਂ ਕੋਲੋਂ ਅਜਿਹੇ ਸਬਕ ਨਹੀਂ ਲੈਣੇ ਜਿਸ ਤਰੀਕੇ ਨਾਲ ਚਾਹੇ ਝੂਠੀਆਂ ਕਮਿਟਮੈਂਟਾਂ ਕਰ ਲਈਏ, ਚਾਹੇ ਗੁਟਕਾ ਸਾਹਿਬ ਦੀ ਝੂਠੀਆਂ ਸੋਹਾਂ ਖਾਣ ਵਾਲੀ ਸਰਕਾਰ ਹੈ, ਕੰਮ ਕੋਈ ਕੀਤਾ ਨਹੀਂ, ਲੱਕਾ ਇਹਨਾਂ ਨੇ ਕੋਈ ਤੋਰਾ ਰੋਜ਼ਗਾਰ ਕਿਉਂ ਦਿੱਤਾ ਨਹੀਂ। ਅਸੀਂ ਸਬਕ ਕੀ ਕਹਿ ਰਹੇ ਹਾਂ, ਸਰਕਾਰ ਨਾਲ ਲੋਕਾਂ ਦੇ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਅਸੀਂ ਲਾਈਨ ਟੂ ਲਾਈਨ ਉਹ ਕਮਿਟਮੈਂਟ ਪੂਰੀ ਕਰਦੇ ਪਏ ਹਾਂ। ਪਰ ਅੱਜ ਦੇ ਜਿਹੜੇ ਮਸਲੇ ਸੀਗਾ, ਪੰਚਾਇਤੀ ਵਿਭਾਗ ਨੂੰ ਸਮਾਂ ਮਿਲ ਜੇ, ਉਹਨੂੰ ਟਾਈਮ ਮਿਲ ਜਾਵੇ, ਜਿਹੜੀ ਆਪਦੀ ਜਿਹੜੀ ਪ੍ਰਕਿਰਿਆ ਉਹ ਪੂਰੀ ਕਰ ਸਕਣ। ਪਰ ਅਸੀਂ ਅੱਜ ਵੀ ਇੱਕ ਗੱਲ ਕਹਿੰਦੇ ਹਾਂ, ਅਸੀਂ ਵਚਨਬੱਧ ਹਾਂ ਜਦੋਂ ਵੀ ਇਲੈਕਸ਼ਨ ਆ, ਚਾਹੇ ਨਗਰ ਕੌਂਸਲ ਦੀ ਹੈ, ਚਾਹੇ ਪੰਚਾਇਤੀ ਹੈ, ਉਹ ਟਾਈਮ ਸਿਰ ਕਰਵਾਉਣ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਟਾਈਮ ਸਿਰ ਅਤੇ ਪੱਖਪਾਤ ਤੋਂ ਇਲਾਵਾ ਜਿਸ ਤਰੀਕੇ ਨਾਲ ਪਹਿਲਾਂ ਸਰਕਾਰਾਂ ਇਲੈਕਸ਼ਨਾਂ ਹੁੰਦੀਆਂ ਰਹੀਆਂ ਨੇ, ਸਭ ਨੂੰ ਪਤਾ ਹੈ ਉਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਪਰ ਸ਼ਸ਼ੀਵੀਰ ਜੀ ਇਹ ਜ਼ਿੰਮੇਵਾਰੀ ਤਾਂ ਨਹੀਂ ਬਣਦੀ ਕਿਸੇ ਵੀ ਸਿਸਟਮ ਨੂੰ ਸਮੇਂ ਤੋਂ ਪਹਿਲਾਂ ਹੀ ਭੰਗ ਕਰ ਦਿਓ। ਸਰ ਸਿਸਟਮ ਨੂੰ ਸਮੇਂ ਤੋਂ ਪਹਿਲਾਂ ਭੰਗ ਨਹੀਂ ਕਰਦੇ ਹੋ, ਉਹਦੇ ਵਿੱਚ ਕੀ ਹੁੰਦਾ, ਟੈਕਨੀਕਲ ਕਈ ਰੀਜ਼ਨ ਹੁੰਦੇ ਨੇ ਜੋ ਤੁਸੀਂ ਭੰਗ ਕਰਦੇ ਹੋ, ਉਹਦੇ ਨਾਲ ਇਲੈਕਸ਼ਨ ਵੀ ਅਨਾਉਂਸ ਕਰਨੀ ਪੈਂਦੀ ਹੈ। ਨਹੀਂ ਪਰ ਦੱਸੋ ਫਿਰ, ਜਾਂ ਤਾਂ ਤੁਸੀਂ ਕਾਊਂਟਰ ਕਰੋ ਸੁਖਦੇਵ ਜੀ ਨੂੰ। ਉਹ ਕਹਿੰਦੇ ਜਿਹੜਾ ਵਾਰਡਬੰਦੀ ਦਾ ਕੰਮ ਹੈ ਉਹ ਤਾਂ ਸਾਈਮਲਟੇਨੀਅਸਲੀ ਚੱਲ ਸਕਦਾ, ਉਹ ਨਹੀਂ, ਉਹ ਤਾਂ ਉਹਦੇ ਪਿੱਛੇ ਜੇ ਤੁਸੀਂ ਭੰਗ ਕੀਤੀ ਹੈ ਉਹਦਾ ਕੋਈ ਰੀਜ਼ਨ ਹੀ ਨਹੀਂ ਬਣਦਾ। ਸਰ ਇਹਦੇ ਨਾਲ ਵੱਖ-ਵੱਖ ਕਈ ਇਹਦੇ ਦੇ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਸ ਦਿਨ ਸਰਪੰਚ ਨੇ ਸਹੁੰ ਚੁੱਕਣੀ ਹੈ ਜਾਂ ਪਹਿਲੀ ਮੀਟਿੰਗ ਲੈਣੀ ਹੈ ਉਸ ਦਿਨ ਤੋਂ ਪੀਰੀਅਡ ਸਟਾਰਟ ਹੋਣਾ ਹੈ। ਕਈ ਸੁਪਰੀਮ ਕੋਰਟ ਦੀ ਜਜਮੈਂਟ ਜਾਂ ਹਾਈ ਕੋਰਟ ਦੀ ਜਜਮੈਂਟ ਹੈ ਕਿ ਜਿਸ ਦਿਨ ਉਹਨੂੰ ਸਰਟੀਫਿਕੇਟ ਮਿਲਦਾ ਜਿੱਤਣ ਦਾ, ਉਸ ਦਿਨ ਤੋਂ ਉਹਦਾ ਪੀਰੀਅਡ ਸ਼ੁਰੂ ਹੁੰਦਾ ਹੈ। ਇਹ ਡਿਬੇਟੇਬਲ ਪੁਆਇੰਟ ਹੈ ਤੇ ਵੱਖ-ਵੱਖ ਵਿਚਾਰਧਾਰਾ ਹੋ ਸਕਦੀ ਹੈ, ਵੱਖ-ਵੱਖ ਸੁਪਰੀਮ ਕੋਰਟ ਹਾਈ ਕੋਰਟ ਦੀ ਜਜਮੈਂਟਾਂ ਹੋਣਗੀਆਂ ਇਹਦੇ ਤੇ। ਪਰ ਨਹੀਂ ਸੁਖਦੇਵ ਜੀ ਸਹਿਮਤ ਨਹੀਂ ਲੱਗ ਰਹੇ। ਸੁਖਦੇਵ ਜੀ ਸਹਿਮਤ ਨਹੀਂ ਲੱਗ। ਸੁਖਦੇਵ ਜੀ ਨੇ ਸਹਿਮਤ ਨਹੀਂ ਹੋਣਾ। ਸੁਖਦੇਵ ਜੀ ਹੋਰਾਂ ਦੀ ਸਹਿਮਤੀ ਸ਼ਾਇਦ ਕਿਸੇ ਹੋਰ ਪੁਆਇੰਟ ਤੇ ਬਣੇਗੀ, ਪਰ ਸਾਡਾ ਮਕਸਦ ਸਮੇਂ ਸਿਰ ਇਲੈਕਸ਼ਨ ਕਰਵਾਣੀ, ਇਲੈਕਸ਼ਨ ਬਿਨਾਂ ਕਿਸੇ ਪੱਖਪਾਤ ਤੋਂ ਕਰਾਣੀ। ਇਹਨਾਂ ਦੇ ਵਾਂਗ ਜਿਸ ਤਰੀਕੇ ਨਾਲ ਧੱਕੇ ਨਾਲ ਆਪਦੇ ਲੋਕਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ, ਲੋਕਾਂ ਨੂੰ ਬਾਹਰ ਕਰਤਾ ਗਿਆ। ਸ਼ਸ਼ੀਵੀਰ ਜੀ ਮੇਰਾ ਇੱਕ ਸਵਾਲ ਹੈ, ਮੰਨ ਲਓ ਸਰਕਾਰ ਨੂੰ ਸਮੇਂ ਤੋਂ 7 ਮਹੀਨੇ ਪਹਿਲਾਂ ਭੰਗ ਕਰ ਦਿੱਤਾ ਜਾਵੇ, ਚੋਣ ਕਮਿਸ਼ਨ ਕਹੇ ਕਿ ਵੀ ਅਸੀਂ ਤਾਂ ਇਲੈਕਸ਼ਨ ਕਰਾਉਣੀ ਹੈ, ਫਿਰ ਤੁਹਾਡਾ ਕੀ ਰਿਐਕਸ਼ਨ ਹੋਊਗਾ, ਪਾਰਟੀ ਦਾ ਕੀ ਰਿਐਕਸ਼ਨ ਹੋਊਗਾ? ਸਰ ਜੇ ਕਾਨੂੰਨ ਦੇ ਸਿਸਟਮ ਦੇ ਵਿੱਚ ਆਂਦੀ ਹੋਏਗੀ ਤਾਂ ਡੈਫੀਨਿਟਲੀ ਇਲੈਕਸ਼ਨ ਕਰਵਾ ਸਕਦੇ ਨੇ। ਪਰ ਮੈਂ ਉਹੀ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਪ੍ਰੋਸੀਜਰ ਸਮਝਣ ਦੀ ਲੋੜ ਹੈ। ਇਲੈਕਸ਼ਨ ਜਿਹੜੀ ਸੀਗੀ ਸਮੇਂ ਸਿਰ ਕਰਵਾਉਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਰਿਹਾ ਹੈਗਾ। ਕੋਈ ਟੈਕਨੀਕਲ ਖਾਮੀਆਂ ਰਹਿ ਗਈਆਂ ਉਹਨੂੰ ਦੂਰ ਕਰਕੇ ਨਵੀਂ ਨੋਟੀਫਿਕੇਸ਼ਨ ਜ਼ਰੂਰ ਆਊਗੀ, ਠੀਕ ਹੈ। ਬਾਕੀ ਜੋ ਬਣਦਾ ਹੈ, ਅਸੀਂ ਜਿਹੜੇ ਐਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਚਾਇਤਾਂ ਦੇ ਫੰਡ ਖਾਣ ਦੀ ਕੋਸ਼ਿਸ਼ ਕਰ ਰਹੇ ਨੇ, ਆਮ ਆਦਮੀ ਪਾਰਟੀ ਸਰਕਾਰ ਕਿਸੇ ਵੀ ਤਰੀਕੇ ਦਾ ਕੋਈ ਫੰਡ ਖਾਣ ਦੀ ਕੋਈ ਪ੍ਰਕਿਰਿਆ ਦੇ ਵਿੱਚ ਨਹੀਂ ਹੈ। ਜਵਾਬ ਦਿਓ ਜੀ। ਉਹ ਕਹਿੰਦੇ ਵੀ ਇਹ ਅਜਿਹੀ ਤਾਂ ਕੋਈ ਨੀਅਤ ਹੀ ਨਹੀਂ ਹੈਗੀ, ਉਹ ਤਾਂ ਆਪਣੀ ਜ਼ਿੰਮੇਵਾਰੀ ਅਦਾ ਕਰਨ ਦੀ ਗੱਲ ਕਹਿ ਰਹੇ ਆ। ਪਹਿਲੀ ਗੱਲ ਤਾਂ ਮੈਂ ਨਾ ਇੱਕ ਨਵਜੋਤ ਜੀ ਇਹ ਕਹੂੰਗਾ, ਸਹੁੰ ਗੁਟਕਾ ਸਾਹਿਬ ਦੀ ਖਾਣੀ ਵੀ ਮਾੜੀ ਹੈ, ਸਹੁੰ ਮਾਂ ਦੀ ਖਾਣੀ ਵੀ ਮਾੜੀ ਹੈ। ਸਹੁੰ ਦੋਨੋਂ ਹੀ ਮਾੜੀਆਂ ਨੇ। ਚਾਹੇ ਕੋਈ ਮਾਂ ਦੀ ਖੜ ਕੇ ਸਟੇਜ ਤੇ ਖਾ ਲਵੇ, ਚਾਹੇ ਉਹ ਗੁਟਕਾ ਸਾਹਿਬ ਦੀ ਖਾ ਲਵੇ, ਮੈਂ ਤਾਂ ਦੋਨਾਂ ਨੂੰ ਮਾੜਾ ਕਹੂੰਗਾ। ਠੀਕ ਹੈ ਨਾ। ਸ਼ਸ਼ੀਵੀਰ ਜੀ ਇੱਕ ਨੂੰ ਮਾੜਾ ਕਹਿਣਗੇ, ਮੈਂ ਦੋਨਾਂ ਨੂੰ ਕਹੂੰਗਾ। ਠੀਕ ਹੈ। ਅਗਲੀ ਗੱਲ ਜਿਹੜੀ ਗੱਲ ਕਹਿੰਦੇ ਆ ਬਾਰ-ਬਾਰ ਆਪਾਂ ਟੈਕਨੀਕਲ ਰੀਜ਼ਨ, ਦੇਖੋ ਇਹ ਟੈਕਨੀਕਲ ਰੀਜ਼ਨ ਨਵੇਂ ਨਹੀਂ ਪੈਦਾ ਹੋ ਗਏ। ਇਹ ਦੇਸ਼ ਇਹ 70 ਸਾਲ ਦੀ ਗੱਲ ਕਰ ਰਹੇ, 70 ਸਾਲ ਚ ਇਲੈਕਸ਼ਨ ਹੁੰਦੇ ਆਏ ਨੇ, ਕਦੇ ਕਿਸੇ ਨੇ ਪਹਿਲਾਂ ਨਹੀਂ ਭੰਗ ਕੀਤੀਆਂ। ਜੇ ਕੀਤੀਆਂ ਤਾਂ ਪਹਿਲਾਂ ਵੀ ਕੋਰਟ ਨੇ ਸਟੇ ਕੀਤੀਆਂ, ਮੈਂ ਤੁਹਾਨੂੰ ਪਹਿਲਾਂ ਦੱਸਿਆ। ਔਰ ਅੱਜ ਹਾਲਾਤ ਜਿਹੜੇ ਮੈਂ ਤੁਹਾਨੂੰ ਗੱਲ ਕਰਦਾ, ਕਿਉਂ ਨਹੀਂ ਕਹਾਂਗੇ ਅਸੀਂ, ਜਦੋਂ 1000 ਕਰੋੜ ਰੁਪਈਆ ਪਿਆ ਹੋਵੇ ਫੰਡਾਂ ਦਾ ਪੰਚਾਇਤਾਂ ਕੋਲੇ, ਤੁਸੀਂ ਕਹਿ ਦੋ ਵੀ ਉਹ ਆਪਦਾ ਕਰਿਆ ਵੇ ਕੰਮ ਦੇ ਬਿੱਲ ਵੀ ਨਹੀਂ ਦੇ ਸਕਦਾ, ਫਿਰ ਤੁਸੀਂ ਉਹਨੂੰ ਕੀ ਕਹੋਗੇ? ਅਗਲੀ ਗੱਲ, ਜਿਹੜੇ ਤੁਸੀਂ ਫੰਡ ਦਿੱਤੇ ਸੀ ਡਿਸਕ੍ਰਿਸ਼ਨਰੀ, ਉਹ ਤੁਸੀਂ ਵਾਪਸ ਲਏ। ਹੁਣ 1.5 ਸਾਲ ਦੇ ਵਿੱਚ ਕਿਸੇ ਇੱਕ ਪੰਚਾਇਤ ਨੂੰ 1 ਰੁਪਈਆ ਦਿੱਤਾ ਹੋਵੇ ਤਾਂ ਮੈਂ ਇਹਨਾਂ ਦਾ ਦੇਣਦਾਰ ਹਾਂ ਸ਼ਸ਼ੀਵੀਰ ਜੀ ਦਾ। ਇਹ ਟੈਕਨੀਕਲ ਰੀਜ਼ਨ ਨਹੀਂ, ਇਹ ਜਿਹੜੇ ਰੀਜ਼ਨਸ ਨੇ, ਇਹ ਰਾਜਨੀਤੀ ਹੈ। ਜਦੋਂ ਤੁਸੀਂ 50 ਪੰਚਾਇਤਾਂ ਨੂੰ ਇੱਕੋ ਦਿਨ
ਬਾਈ ਇਲੈਕਸ਼ਨ ਜਲੰਧਰ ਚ ਆਪਦੇ ਨਾਲ ਕਰ ਲਵੋ, ਆਪਦੇ ਵਾਲਾ ਤੁਸੀਂ ਉਹ ਪਾ ਦਿਓ ਪਟਾ, ਉਹ ਕਹੋ ਜੀ ਅਸੀਂ ਪਾਤਾ ਉਹਨਾਂ ਦੇ ਆਹ ਜਿਹੜਾ ਗਲ ਚੋਂ ਉਹ ਮਫਲਰ ਜਾ, ਉਹ ਪੰਚਾਇਤ ਠੀਕ ਹੈ। ਜਦੋਂ ਪੰਚਾਇਤ ਨੂੰ ਤੁਸੀਂ ਇੱਕ ਦਿਨ, ਮੈਂ ਨਾਮ ਨਹੀਂ ਪੰਚਾਇਤ ਦਾ ਲੈਣਾ ਕਹੂੰਗਾ, ਮੈਂ ਲੈ ਦੇਣਾ, ਇਹਨਾਂ ਨੇ ਸਮਾਧ ਭਾਈ ਪਿੰਡ ਦੀ ਪੰਚਾਇਤ ਨੂੰ ਸਸਪੈਂਡ ਕੀਤਾ, ਅਗਲੇ ਦਿਨ ਬਹਾਲ ਕਰਤੀ, ਉਹਨਾਂ ਦੇ ਹਾਰ ਪਾਏ, ਉਹ ਬਹਾਲ ਹੋ ਗਏ। ਪਹਿਲਾਂ ਜਿੱਦੇ ਉਹ ਕਿਸੇ ਹੋਰ ਪਾਰਟੀ ਵੱਲੋਂ ਸਰਪੰਚ ਸੀ ਉਹ ਕਰਪਟ ਸੀਗੇ, ਅਗਲੇ ਦਿਨ ਜਾ ਕੇ ਉਹਨਾਂ ਨੇ ਮੰਤਰੀ ਕੋਲੇ ਐਮਐਲਏ ਨੂੰ ਲੈ ਕੇ ਹਾਰ ਪਾ ਲਏ, ਉਹ ਪੰਚਾਇਤ ਬਹਾਲ ਹੋ ਗਏ। ਮੈਂ ਤਾਂ ਪਿੰਡ ਦਾ ਨਾਂ ਲੈਤਾ, ਜੇ ਸ਼ਸ਼ੀਵੀਰ ਜੀ ਚਟਲਾਉਣ ਮੈਂ ਇੱਕ ਪਿੰਡ ਦਾ ਨਾਂ ਲਿਆ, ਮੈਂ ਤੁਹਾਨੂੰ 500 ਪਿੰਡਾਂ ਦੇ ਨਾਂ ਗਿਣਾ ਸਕਦਾ। ਇਹਨਾਂ ਨੇ 1 ਲੱਖ ਪੰਚਾਇਤ ਮੈਂਬਰ ਤੇ ਸਰਪੰਚਾਂ ਨੂੰ, 13,500 ਤੋਂ ਵੱਧ ਪਿੰਡਾਂ ਨੂੰ ਇਹਨਾਂ ਨੇ ਉਹਨਾਂ ਨੂੰ ਕਰਪਟ ਮੰਨਿਆ। ਔਰ ਉੱਥੋਂ ਜਾ ਕੇ ਜਦੋਂ ਹਾਈ ਕੋਰਟ ਨੇ ਪੁੱਛਿਆ ਨਾ ਵੀ ਸਾਨੂੰ ਦੱਸਤਾ ਦਿਓ ਵੀ ਇਹਦੇ ਚ ਗੜਬੜ ਕਿੱਥੇ ਹੈ, ਕੀ ਸਰਵੇ ਕੀਤਾ ਤੁਸੀਂ, ਫਿਰ ਇਹਨਾਂ ਨੂੰ ਯੂ ਟਰਨ ਲੈਣੀ ਪਈ ਹੈ। ਇਸ ਕਰਕੇ ਅੱਜ ਆਪਾਂ ਟੈਕਨੀਕਲ ਰੀਜ਼ਨ ਇਹ ਨੇ, ਹੋਰ ਕੋਈ ਟੈਕਨੀਕਲ ਰੀਜ਼ਨ ਨਹੀਂ। ਸ਼ਸ਼ੀਵੀਰ ਜੀ, ਹੈ ਕੋਈ ਜਵਾਬ ਇਸ ਯੂ ਟਰਨ ਦਾ? ਸਰ ਪਹਿਲੀ ਗੱਲ ਤਾਂ ਜਿਹੜੀ ਹੈ ਐਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੇ ਸਾਰੀਆਂ ਪੰਚਾਇਤਾਂ ਨੂੰ, ਜਿਨ੍ਹਾਂ ਨੂੰ ਕਹਿ ਰਹੇ ਨੇ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਅਸੀਂ ਸਾਰਿਆਂ ਨੂੰ ਕਰਪਟ ਕਹਿ ਦਿੱਤਾ। ਪਹਿਲੀ ਗੱਲ ਤਾਂ ਉਹਦਾ ਕੋਈ ਦਸਤਾਵੇਜ਼ ਸਬੂਤ ਸਾਬਤ ਕਰ, ਸਿਰਫ ਡਿਬੇਟ ਦੇ ਵਿੱਚ ਇੱਕ ਗੱਲ ਕਰਨ ਵਾਸਤੇ ਜਾਂ ਸਿਰਫ ਇੱਕ ਇਸ਼ੂ ਬਣਾਉਣ ਵਾਸਤੇ ਪਹਿਲੀ ਗੱਲ ਤਾਂ ਕਿਸੇ ਨੂੰ ਵੀ। ਦੂਸਰੀ ਗੱਲ, ਹਰ ਪੋਲੀਟੀਕਲ ਪਾਰਟੀ ਨੇ ਆਪਣਾ ਜਦੋਂ ਕੂੜਾ ਵਧਾਣਾ ਹੁੰਦਾ ਹੈ ਵੱਡੀਆਂ ਵੱਖ ਥਾਵਾਂ ਤੋਂ, ਚਾਹੇ ਪੰਚਾਇਤ ਨੇ ਚਾਹੇ ਕੌਂਸਲ ਨੇ, ਸਾਰੇ ਜੁੜਦੇ ਨੇ। ਕਿ ਇਹਨਾਂ ਸਮਾਜ ਦੇ ਵਿੱਚ ਪੋਲੀਟੀਕਲ ਪਾਰਟੀਆਂ ਨਾਲ ਪੰਚਾਇਤਾਂ ਨਹੀਂ ਜੁੜਦੇ ਰਹੀਆਂ, ਇਹਨਾਂ ਨੇ ਕਿਹੜੇ ਕੰਮ ਨਹੀਂ ਕੀਤੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ। ਮੈਂ ਤੁਹਾਨੂੰ ਬਾਰ-ਬਾਰ ਵਰਡ ਦੁਹਰਾ ਰਿਹਾ, ਐਤਕੀ ਪੰਚਾਇਤੀ ਤੇ ਨਗਰ ਕੌਂਸਲ ਇਲੈਕਸ਼ਨਾਂ ਜਿਹੜੀਆਂ ਹੋਣਗੀਆਂ ਉਹ ਬਿਲਕੁਲ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਣਗੀਆਂ। ਪਹਿਲਾਂ ਵਾਂਗੂ ਨਹੀਂ ਜਿਸ ਤਰੀਕੇ ਨਾਲ ਧੱਕੇਸ਼ਾਹੀ ਕਰਦੇ ਰਹੇ, ਚਾਹੇ ਇਹ ਸੀਗੇ ਚਾਹੇ ਅਕਾਲੀ ਹੀ ਜਾਂ ਦੂਸਰੀ ਪਾਰਟੀਆਂ ਸੀਗੀਆਂ। ਬਿਲਕੁਲ ਇਲੈਕਸ਼ਨ ਸਮੇਂ ਸਿਰ ਕਰਵਾਉਣਾ, ਇਲੈਕਸ਼ਨ ਸਹੀ ਤਰੀਕੇ ਨਾਲ ਕਰਵਾਉਣਾ, ਉਹ ਸਾਡੀ ਟ੍ਰਾਂਸਪੇਰੈਂਸੀ ਦਾ ਹਲੇ ਗੱਲ ਨਹੀਂ ਆਈ ਸ਼ਸ਼ੀਵੀਰ ਜੀ। ਟ੍ਰਾਂਸਪੇਰੈਂਸੀ ਦੀ ਗੱਲ ਤਾਂ ਆਫਟਰ ਇਲੈਕਸ਼ਨ ਹੋਏਗੀ ਜਾਂ ਡਿਊਰਿੰਗ ਇਲੈਕਸ਼ਨ ਹੋਏਗੀ, ਉਹ ਤਾਂ ਉਦੋਂ ਪਤਾ ਲੱਗੇਗਾ ਵੀ ਕਿੰਨਾ ਕਿ ਟ੍ਰਾਂਸਪੇਰੈਂਟ ਹੋ ਰਹੀ ਹੈ ਜਾਂ ਹੋਵੇਗੀ ਜਾਂ ਨਹੀਂ ਹੋਵੇਗੀ। ਗੱਲ ਇਹ ਹੈ, ਮਸਲਾ ਅੱਜ ਇਹ ਹੈ, ਸਵਾਲ ਅਸੀਂ ਇਸ ਜਵਾਬ ਇਸ ਸਵਾਲ ਦਾ ਲੈਣਾ ਹੈ ਵੀ ਕਦੋਂ ਸਰਕਾਰ ਸਹੀ ਸੀ, ਪਹਿਲਾਂ ਭੰਗ ਕਰਨ ਵੇਲੇ ਜਾਂ ਫੈਸਲਾ ਵਾਪਸ ਲੈਣ ਵੇਲੇ? ਸਰਕਾਰ ਪਹਿਲਾਂ ਵੀ ਸਹੀ ਸੀਗੀ, ਸਰਕਾਰ ਹੁਣ ਵੀ ਸਹੀ ਹੈ। ਟੈਕਨੀਕਲ ਜਦੋਂ ਸਰਕਾਰ ਦੇ ਨੌਲੇਜ ਦੇ ਵਿੱਚ ਆਇਆ ਜਾਂ ਜਦੋਂ ਸਰਕਾਰ ਨੂੰ ਰਿਪੋਰਟ ਬਣ ਕੇ ਆਉਂਦੀ, ਹੁਣ ਹੁੰਦਾ ਕੀ ਹੈ, ਸਰਕਾਰ ਨੇ ਸਿਸਟਮੈਟਿਕ ਵੇ ਨਾਲ ਕੰਮ ਕਰਨਾ ਹੁੰਦਾ। ਅਫਸਰ ਹੁੰਦੇ ਨੇ ਜਿਹੜੇ ਫਾਈਲਸ ਫੋਰਵਰਡ ਕਰਦੇ ਨੇ। ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਅਫਸਰ ਸੀਗੇ ਉਹਨਾਂ ਦੇ ਖਿਲਾਫ ਵੀ ਸਖਤ ਜਿਹੜੇ ਕਦਮ ਸੀਗੇ ਜਾਂ ਉਹਨਾਂ ਦਾ ਐਕਸ਼ਨ ਲੈਣ ਵਾਸਤੇ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ, ਜਿਨ੍ਹਾਂ ਕਰਕੇ ਜੋ ਫਾਈਲਸ ਘੁੰਮੀਆਂ ਜਾਂ ਜਿਹੜੇ ਕੋਈ ਖਾਮੀਆਂ ਰਹਿ ਗਈਆਂ ਨੇ। ਸੋ ਗੱਲ ਰਹੀ ਨੀਅਤ ਦੀ ਸਰਕਾਰ ਦੀ, ਮੈਂ ਕਹਿੰਦਾ ਕਿ ਇਹਨਾਂ ਦੀਆਂ, ਚਾਹੇ ਉਹ ਅਕਾਲੀ ਸਰਕਾਰ ਸੀਗੀ ਚਾਹੇ ਕਾਂਗਰਸ ਦੀ ਸੀਗੀ, ਇਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਸਾਫ਼ ਨੀਅਤ ਆਮ ਆਦਮੀ ਪਾਰਟੀ ਸਰਕਾਰ ਦੀ। ਅਸੀਂ ਕੰਮ ਕਰ ਰਹੇ ਹਾਂ, ਚਾਹੇ ਕੰਮ ਦੇ ਵਿੱਚ ਕੋਈ ਕਮੀਆਂ ਰਹਿੰਦੀਆਂ ਹੋਣ, ਅਸੀਂ ਕਮੀਆਂ ਨੂੰ ਦੂਰ ਕਰਕੇ ਕੰਮ ਕਰਦੇ ਪਏ ਹਾਂ। ਇਹ ਉਹ ਪੋਲੀਟੀਕਲ ਪਾਰਟੀਆਂ ਹੈ ਜਿਨ੍ਹਾਂ ਨੇ ਕੰਮ ਕੋਈ ਕੀਤਾ ਨਹੀਂ ਪਿਛਲੇ ਆਪਦੇ ਸਮੇਂ ਦੇ ਵਿੱਚ। ਸਿਰਫ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਰਕਾਰ ਜਦੋਂ ਕੋਈ ਕੰਮ ਕਰਦੀ ਹੈ ਉਹ 'ਚ ਕੋਈ ਕਮੀਆਂ ਲੱਭਣ ਵਾਲੇ ਪਾਸੇ ਤੁਰ ਪੈਂਦੇ ਨੇ। ਚਲੋ ਸੁਖਦੇਵ ਜੀ, ਅਖੀਰ ਦੇ ਵਿੱਚ ਮੈਂ ਜਿਹੜੀ ਸ਼ਸ਼ੀਵੀਰ ਜੀ ਗੱਲ ਕਹਿ ਰਹੇ ਹੈ ਇਸੇ ਦਾ ਹੀ ਜਵਾਬ ਹੈ ਵੀ ਜਦੋਂ ਤੁਹਾਡੇ ਕੋਲ ਆਪ ਕੋਈ ਕੰਮ ਨਹੀਂ, ਜਦੋਂ ਲੋਕਾਂ ਨੇ ਤੁਹਾਨੂੰ ਆਪ ਨਕਾਰਤਾ, ਹੁਣ ਜਾਣਬੁੱਝ ਕੇ ਕਮੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਕੰਮ ਸੁਚੱਜੇ ਤਰੀਕੇ ਦੇ ਨਾਲ ਤੇ ਸੁਚਾਰੂ ਤਰੀਕੇ ਨਾਲ ਕਰਨ ਦੀ ਨੀਅਤ ਨਾਲ ਚੱਲ ਰਹੇ ਆ। ਵੈਸੇ ਮੈਂ ਤਾਂ ਨੀਅਤ ਤੇ ਸਵਾਲ ਨਹੀਂ ਸੀ ਖੜਾ ਕੀਤਾ। ਦੇਖੋ ਗੱਲ ਇੱਕ ਹੈ, ਜਦੋਂ ਤੁਸੀਂ ਕੋਈ ਛੱਡੋਗੇ ਨਹੀਂ ਨਾ ਕਿਸੇ, ਕੋਈ ਲੋਕ ਇਹ ਨਹੀਂ ਹੈਗਾ ਵੀ ਸਾਡੀ ਬਕਵਾਸ ਸੁਣਨ ਨੂੰ ਬੈਠੇ ਆ ਵੀ ਅਸੀਂ ਬਕਵਾਸ ਕਰੀ ਜਾਵਾਂਗੇ, ਲੋਕ ਸੁਣੀ ਜਾਣਗੇ। ਜੇ ਸਾਡੀ ਕੋਈ ਗੱਲ 'ਚ ਦਮ ਹੋਊਗਾ ਨਾ, ਜਦੋਂ ਤੁਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਵੀਡੀਓ ਨੂੰ ਪਹਿਲਾਂ DDPO ਬਣਾ ਦੋਗੇ, ਫਿਰ ਉਹਨੂੰ ADC ਦਾ ਚਾਰਜ ਦੇ ਦੋਗੇ, 92 ਕਿੱਲਿਆਂ ਦਾ ਫੈਸਲਾ ਕਰਾ ਲਓਗੇ, ਫਿਰ ਤੁਸੀਂ ਇਹ ਕਹੋਗੇ ਵੀ ਅਸੀਂ ਤਾਂ ਜੀ ਜਿਹੜੀ ਉਹ ਸਰਪੰਚ ਸੀ, ਜਿਹੜੇ ਉਹ ਬੰਦੇ ਸੀ, ਉਹਨਾਂ ਤੇ ਅਸੀਂ ਪਰਚਾ ਦੇਤਾ। ਜਦੋਂ ਤੁਸੀਂ ਇੱਕ ਕੋਠੀ ਦੇ ਵਿੱਚ ਜਾ ਕੇ MLA ਸਾਹਿਬ ਬੈਠ ਜਾਣਗੇ, ਫਿਰ ਤੁਸੀਂ ਇਹ ਕਹੋਗੇ ਵੀ ਉਹ ਜੀ ਕਰਮ ਸਿੰਘ ਨੇ ਉਹ ਗਲਤ ਬਣਾਈ, ਉਹਨੇ ਦੂਜੇ ਨੇ ਉਹ ਬਣਾਈ ਹੈ। ਨਾ ਕਿਸੇ ਤਹਿਸੀਲਦਾਰ ਤੇ ਐਕਸ਼ਨ ਹੋਊ, ਨਾ ਕਿਸੇ ਕਾਨੂੰਗੋ ਤੇ ਐਕਸ਼ਨ ਹੋਊ, ਨਾ ਕਿਸੇ ਜਾ ਕੇ ਪਟਵਾਰੀ ਤੇ ਐਕਸ਼ਨ ਹੋਊ, ਨਾ MLA ਤੇ ਐਕਸ਼ਨ ਹੋਊ। ਇਹ ਬਿਲਕੁਲ ਸੱਚ ਕਹਿੰਦੇ ਜਿਹੜੇ ਸ਼ਸ਼ੀਵੀਰ ਜੀ, ਇਹ ਜਿਹੜੀਆਂ ਫਾਈਲਾਂ ਸੀਗੀਆਂ ਇਹ ਇਦਾਂ ਦੀਆਂ ਨਹੀਂ ਹੁੰਦੀਆਂ ਸੀ। ਹਫ਼ਤੇ ਦੇ ਵਿੱਚ ਕੋਈ ਵੀਡੀਓ ਤੋਂ DDPO ਨਹੀਂ ਸੀ, ADC ਨਹੀਂ ਸੀ ਬਣਦਾ, ਔਰ ਹਫ਼ਤੇ ਜੀ ਕਰਕੇ ਉਹ ਚੱਲਿਆ ਨਹੀਂ ਸੀ ਜਾਂਦਾ। ਔਰ ਐਕਸ਼ਨ ਨਾ ਉਸ ਕੰਸਰਨਡ ਮੰਤਰੀ ਤੇ ਜਿਹਨੇ ਉਹਨੂੰ ਬਣਾਇਆ, ਨਾ ਉਸ ਮੰਤਰੀ ਤੇ ਜਿਹਨੇ ਐਕਸ਼ਨ ਕੀਤਾ, ਜਿਹਨੇ ਉਹਨੂੰ ਰეკਮੈਂਡ ਕੀਤਾ, ਨਾ ਉਸ MLA ਤੇ ਜਿਹਨੇ ਕੋਠੀ ਦੱਬੀ, ਨਾ ਉਹਦੇ ਸਪੋਰਟਰਾਂ ਤੇ ਜਿਨ੍ਹਾਂ ਨੇ ਝੂਠੀਆਂ ਅਟਾਰਨੀਆਂ ਬਣਾਈਆਂ, ਝੂਠੇ ਜਮਾਬੰਦੀਆਂ ਕੀਤੀਆਂ, ਝੂਠੇ ਇੰਤਕਾਲ ਚੜਾਏ।
ਔਰ ਉਸ ਤੋਂ ਬਾਅਦ ਚੁੱਪ ਕਰਕੇ ਚਾਬੀ ਦੇ ਕੇ ਚਲੇ ਗਏ। ਉਸ ਲੇਡੀ ਨੂੰ ਅੱਜ ਵੀ ਹਾਈ ਕੋਰਟ ਜਾਣਾ ਪੈ ਗਿਆ। ਇਨਸਾਫ ਉਥੋਂ ਹਜੇ ਵੀ ਨਹੀਂ ਮਿਲਿਆ, ਕੋਰਟ ਚੋਂ ਹੀ ਮਿਲਣਾ ਜਾ ਕੇ। ਹਾਂਜੀ, ਕੀ ਕਹਿ ਰਹੇ ਸ਼ਸ਼ੀਵੀਰ ਜੀ? ਜਵਾਬ ਲੈ ਲਓ। ਪਹਿਲੀ ਗੱਲ ਤਾਂ ਜਿਹੜੀ ਇਹ ਫਾਈਲਾਂ ਦੀ ਗੱਲ ਕਰ ਰਹੇ ਨੇ ਕਰਪਸ਼ਨ ਦੀ, ਜਾਂ ਦੂਜੇ ਪਾਸੇ ਸਰਕਾਰ ਤੇ ਗੱਲ ਰਹੇ, ਇਹ ਉਹ ਪੋਲੀਟੀਕਲ ਪਾਰਟੀ ਹੈ ਜਦੋਂ ਇਹਨਾਂ ਦੀ ਕੋਈ ਫਾਈਲ ਚੱਕ ਲਓ ਫੂਡ ਸਪਲਾਈ ਦੀ ਡਿਲੀਵਰੀ ਹੋਣੀ, ਟਰੱਕਾਂ ਤੋਂ ਉੱਥੇ ਐਕਟਿਵਾ ਸਕੂਟਰ ਦੇ ਨੰਬਰ ਪਾਏ ਜਾ ਰਹੇ ਨੇ। ਫਾਈਲ ਚੱਕ ਲਓ ਇਹਨਾਂ ਦੀ ਟਰੱਕ ਉਹਦੇ ਟਰੀ ਗਾਰਡ ਘੁਟਾਲੇ ਦੀ, ਉੱਥੇ ਟਰੀ ਦਾ ਨਾਲ ਦੇ ਨਾਲ ਗਾਰਡਾਂ ਦੇ ਘੁਟਾਲੇ ਪਾਏ ਗਏ। ਹਜ਼ਾਰਾਂ ਕਰੋੜਾਂ ਸਕੈਮ ਹੈ ਪੋਲੀਟੀਕਲ ਪਾਰਟੀ ਨੇ ਕੀਤੇ। ਆਪਦੇ ਟਾਈਮ ਤੇ ਕੰਮ ਕੋਈ ਕੀਤਾ ਨਹੀਂ। ਪੰਜਾਬ ਦੇ ਸਿਰ ਤੇ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਪੂਰੇ ਟੈਨਿਓਰ ਦੇ ਵਿੱਚ, ਰੋਜ਼ਗਾਰ ਇਹਨਾਂ ਨੇ ਵੰਡਿਆ ਨਹੀਂ। ਜਦੋਂ ਕਰਪਸ਼ਨ ਦੇ ਦੂਜੇ ਪਾਸੇ ਐਲੀਗੇਸ਼ਨ ਲਾਉਂਦੇ ਨੇ, ਸਾਡੀ ਸਰਕਾਰ ਨੇ ਆਂਦੇ ਸਾਰੇ, ਚਾਹੇ ਸਾਡੀ ਪਾਰਟੀ ਦਾ ਸੀਗਾ ਚਾਹੇ ਦੂਸਰੀ ਪੋਲੀਟੀਕਲ ਪਾਰਟੀ ਦਾ ਸੀਗਾ, ਉਹਨਾਂ ਦੇ ਖਿਲਾਫ ਸੇਮ ਕਰਜ਼ੇ ਤੇ ਕਾਰਵਾਈ ਕੀਤੀ। ਕਿਸੇ ਬੰਦੇ ਨੇ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ, ਉਹ ਵੀ ਜੇਲ੍ਹ ਦੇ ਅੰਦਰ ਗਿਆ, ਚਾਹੇ ਉਹ ਪੁਲਿਸ ਸੀਗੀ, ਚਾਹੇ ਉਹ ਪਟਵਾਰੀ ਸੀਗੇ, ਚਾਹੇ ਉਹ ਸਾਡੀ ਆਪਣੀ ਪਾਰਟੀ ਦਾ ਕੋਈ ਮੰਤਰੀ ਸੀਗਾ, ਚਾਹੇ ਉਹ ਐਮਐਲਏ ਸੀਗਾ। ਹਰੇਕ ਦੇ ਖਿਲਾਫ ਕਾਰਵਾਈ ਕਰਨ ਦੀ ਕੈਪੈਸਿਟੀ ਆਮ ਆਦਮੀ ਪਾਰਟੀ ਕੋਲ ਹੈਗੀ ਹੈ, ਤੇ ਆਮ ਆਦਮੀ ਪਾਰਟੀ ਤੋਂ ਕੈਪੈਸਿਟੀ ਪ੍ਰੂਵ ਕਰਕੇ ਦਿਖਾਈ। ਦੂਸਰਾ, ਹੁਣ ਪੰਚਾਇਤੀ ਜਿਹੜੀ ਲੈਂਡ ਸੀਗੀ, ਜਿਹੜੇ ਧਨਾਰਾਂ ਨੇ ਮਲ ਕੇ ਰੱਖੀ ਸੀ, ਉਹ ਵੀ ਆਮ ਆਦਮੀ ਪਾਰਟੀ ਦੇ ਕੋਲ ਕੈਪੈਸਿਟੀ ਸੀਗੀ ਕਿ ਉਹ ਜਿਹੜੀ ਲੈਂਡ ਖਾਲੀ ਕਰਵਾਈ ਜਾ ਸਕੇ, ਤੇ ਉਹ ਖਾਲੀ ਕਰਵਾਈ, ਕਿਉਂਕਿ ਮੈਕਸਿਮਮ ਤਾਂ ਪ੍ਰੀਵੀਅਸ ਪੋਲੀਟੀਕਲ ਪਾਰਟੀਆਂ ਦੇ ਆਪ ਦੇ ਕਰਿੰਦੇ ਵੀ ਇਹਨਾਂ ਦੇ ਕੋਲ ਜਗ੍ਹਾ ਸੀਗੀ। ਸੋ ਐਲੀਗੇਸ਼ਨ ਲਗਾਉਣਾ, ਮੈਂ ਇੱਕੋ ਗੱਲ ਕਹਿੰਦਾ ਕਿ ਤੁਸੀਂ ਜਿਹੜੇ ਸਾਡੇ ਕੰਮ ਕੀਤੇ ਹੋਏ ਨੇ, ਕੰਮ ਚੋਂ ਕਮੀਆਂ ਕੱਢ ਕੇ ਦਿਖਾਓ, ਚਾਹੇ ਉਹ ਮੁਹੱਲਾ ਕਲੀਨਿਕ ਹੈ, ਚਾਹੇ ਸਕੂਲ ਹੈ, ਚਾਹੇ ਹੈਲਥ ਇਨਫਰਾਸਟ੍ਰਕਚਰ ਹੈ। ਕੰਮ ਇਹਨਾਂ ਉਹਨਾਂ 'ਚ ਕੋਈ ਕਮੀਆਂ ਨਹੀਂ ਲੱਭੀਆਂ ਜਾ ਰਹੀਆਂ। ਬਸ ਸਰਕਾਰ ਨੂੰ ਘੇਰਨਾ ਕਿਸੇ ਤਰੀਕੇ ਦੇ, ਵੱਖ-ਵੱਖ ਰੋਜ਼ ਨਵਾਂ ਕੋਈ ਨਾ ਕੋਈ ਟੌਪਿਕ ਛੇੜ ਲਓ। ਇਹ ਉਹੀ ਪੋਲੀਟੀਕਲ ਪਾਰਟੀ ਹੈ ਜਿਹੜੀ ਸਾਡੀ ਸਰਕਾਰ ਹੈ, ਜਿਹੜੀ ਕੋਠੀ ਖਾਲੀ ਹੋ ਗਈ। ਤੁਹਾਡੀ ਸਰਕਾਰ ਹੁੰਦੀ ਤੁਸੀਂ ਕੋਠੀ ਨੱਪ ਕੇ ਬੈਠੇ ਹੋਏ ਕਿਸੇ ਦੀ। ਸਾਡੀ ਸਰਕਾਰ ਹੈ ਜਿਹੜਾ ਉਹ ਸੀਗਾ ਡੀਡੀਪੀਐਲ ਘੁਟਾਲਾ, FIR ਦਰਜ ਹੋਈ ਹੈ। ਤੁਹਾਡੀ ਸਰਕਾਰ ਹੋਈ, ਤੁਸੀਂ ਆਪ ਰੜੇ ਹੋਣਾ ਸੀਗਾ ਉਹਨਾਂ ਦੇ ਸਿਸਟਮ ਦੇ ਵਿੱਚ। ਕਿਹੜੀ ਤੁਸੀਂ ਗੱਲ ਕਰਦੇ ਪਏ ਹੋ? ਸਿਸਟਮ ਦੀ ਇੱਕੋ ਗੱਲ ਹੈ, ਸਰਕਾਰ ਦੀ ਨੀਅਤ ਕਲੀਅਰ ਹੈ। ਕਿਸੇ ਵੀ ਤਰੀਕੇ ਨਾਲ ਕੋਈ ਵੀ ਬਲੈਕਸ਼ਿਪ ਹੈ, ਉਹ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕਰੇਗਾ ਕਿਸੇ ਵੀ ਸਿਸਟਮ ਦੇ ਵਿੱਚ, ਚਾਹੇ ਪੋਲੀਟੀਕਲ ਸਿਸਟਮ 'ਚ ਬੈਠਾ ਹੈ, ਚਾਹੇ ਆਫੀਸ਼ੀਅਲ ਹੈ, ਚਾਹੇ ਕਿਸੇ ਹੋਰ ਡਿਪਾਰਟਮੈਂਟ ਦਾ ਹੈ, ਹਰੇਕ ਦੇ ਖਿਲਾਫ ਸੇਮ ਤਰ੍ਹਾਂ ਦੀ ਕਾਰਵਾਈ ਨਹੀਂ, ਤੁਸੀਂ ਸ਼ਸ਼ੀਵੀਰ ਜੀ ਕਿਹਾ ਵੀ ਸਾਡੇ ਕੋਲੇ ਕੈਪੈਸਿਟੀ ਹੈ ਕਿਸੇ ਨੂੰ ਵੀ ਡੀਰੇਲ ਕਰਨ ਦਾ, ਭੰਗ ਕਰਨ ਦਾ, ਕਿਉਂਕਿ ਸਰਕਾਰ ਹੈ, ਜੇ ਕੋਈ ਕੰਮ ਗਲਤ ਕਰੇਗਾ। ਕੀ ਪੰਚਾਇਤਾਂ ਕੰਮ ਗਲਤ ਕਰ ਰਹੀਆਂ ਸੀ? ਸਰ, ਪੰਚਾਇਤਾਂ ਦੇ ਉੱਪਰ ਕਿਸੇ ਤਰੀਕੇ ਦਾ ਕੋਈ ਕਿੰਤੂ ਪ੍ਰੰਤੀ ਨਹੀਂ ਹੈ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਸਿਰਫ ਜਿਹੜੀ ਪ੍ਰਕਿਰਿਆ, ਉਹ ਲੰਬੀ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਵਾਸਤੇ ਇਹ ਸਿਸਟਮ ਕੀਤਾ ਗਿਆ ਤਾਂ ਕਿ ਇਲੈਕਸ਼ਨ ਜਿਹੜੀ ਸਮੇਂ ਸਿਰ ਹੋ ਸਕੇ। ਸੋ ਉਹਦੇ 'ਚ ਕੋਈ ਟੈਕਨੀਕਲ ਜਾਂ ਕੋਈ ਤਕਨੀਕੀ ਖਾਮੀਆਂ ਰਹੀਆਂ ਨੇ, ਅਸੀਂ ਉਹ ਚੀਜ਼ ਨੂੰ ਮੰਨ ਕੇ ਜਿਹੜਾ ਸੀਗਾ ਉਹ ਨਵੀਂ ਨੋਟੀਫਿਕੇਸ਼ਨ ਹੈ ਉਹ ਡੈਫੀਨੇਟਲੀ ਥੋੜੇ ਦਿਨ ਤੱਕ ਜਾਰੀ ਹੋ ਜਾਏਗੀ, ਤੇ ਜਿਹੜੀ ਉਹਦੀ ਕਮੀਆਂ ਨੇ, ਖਾਮੀਆਂ ਨੇ, ਉਹ ਦੂਰ ਕੀਤਾ ਜਾਏਗਾ। ਚਲੋ ਠੀਕ ਹੈ। ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਲਈ, ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸੁਖਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਸਵਾਲ ਇਹ ਇੱਥੇ ਅਹਿਮ ਹੈ ਕਿ ਫੈਸਲਾ ਉਦੋਂ ਸਹੀ ਸੀ ਜਾਂ ਹੁਣ ਸਹੀ ਹੈ। ਜਵਾਬ ਤੁਹਾਡੇ ਹੱਥ ਦੇ ਵਿੱਚ ਹੈ। ਚਰਚਾ ਦੇ ਵਿੱਚ ਇੰਨਾ ਹੀ। ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।